ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਇਸ ਸ੍ਰਿਸ਼ਟੀ ਦੇ ਅੰਦਰ ਦੋ ਚੀਜ਼ਾਂ ਇੱਕ ਦੂਸਰੇ ਦੇ ਵਿਪਰੀਤ ਰਹਿੰਦੀਆਂ ਹੈ। ਇਹਦਾ ਕਾਰਨ ਇੱਕ ਆ ਕਿ ਅਗਰ ਉਹ ਵਿਪਰੀਤ ਨਾ ਹੋਣ ਤਾਂ ਇੱਕ ਦੂਸਰੇ ਦੀ ਪਹਿਚਾਣ ਕਿਵੇਂ ਹੋਵੇ। ਜਿਵੇਂ ਦਿਨ ਹੈ ਤੇ ਇਹਦੇ ਵਿਪਰੀਤ ਰਾਤ ਵੀ ਹੈ, ਅਗਰ ਸੱਚ ਹੈ ਤੇ ਝੂਠ ਵੀ ਹੈ। ਇਸੇ ਤਰ੍ਹਾਂ ਅਗਰ ਲੋਭ ਹੈ ਤੇ ਫਿਰ ਸੰਤੋਖ ਵੀ ਆ, ਜਿੱਥੇ ਲਾਭ ਹੈ ਉੱਥੇ ਹਾਨੀ ਵੀ ਆ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਜਿੱਥੇ ਸੱਜਣ ਹੈ ਉੱਥੇ ਠੱਗ ਵੀ ਤੁਹਾਨੂੰ ਮਿਲ ਜਾਂਦੇ ਆ। ਅਤੇ ਕਈ ਵਾਰੀ ਇਹਦੇ ਦੋਨਾਂ ਚੀਜ਼ਾਂ ਦੇ ਵਿੱਚ ਇੱਕ ਐਸਾ ਭਰਮ ਪੈ ਜਾਂਦਾ ਕਿ ਜਿਸ ਭਰਮ ਨੂੰ ਆਮ ਦੁਨੀਆ ਦੇ ਲੋਕ ਤੋੜ ਨਹੀਂ ਸਕਦੇ। ਉਹ ਕੀ ਹੈ? ਉਹ ਭਰਮ ਹੈ ਸੱਜਣ ਠੱਗ ਦਾ। ਸੋ ਜਿਹੜਾ ਸੱਜਣ ਵੀ ਹੋਵੇ ਅਤੇ ਠੱਗ ਵੀ ਹੋਵੇ, ਇਸ ਦੇ ਜਿਹੜਾ ਬਹਿਰੂਪੀਆ ਹੁੰਦਾ ਇਹਨੂੰ ਸਮਝਣਾ ਦੁਨੀਆ ਵਾਸਤੇ ਮੁਸ਼ਕਲ ਹੈ, ਪਰ ਮਹਾਂਪੁਰਖਾਂ ਦੇ ਵਾਸਤੇ ਇਹ ਚੀਜ਼ ਬੜੀ ਸਰਲ ਹੁੰਦੀ ਆ। ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦੇ ਅੰਦਰ ਹਰੇਕ ਚੀਜ਼ ਦਰਪਣ ਦੀ ਨਿਆਈ ਹੁੰਦੀ ਆ, ਸ਼ੀਸ਼ੇ ਦੀ ਨਿਆਈ ਹੁੰਦੀ ਆ। ਉਹਦੇ ਵਿੱਚੋਂ ਜੋ ਸੱਚ ਕਿੰਨਾ ਝੂਠ ਕਿੰਨਾ, ਉਹ ਹਰੇਕ ਚੀਜ਼ ਉਹਨਾਂ ਨੂੰ ਸਹਿਜ ਦੇ ਵਿੱਚ ਪਤਾ ਲੱਗ ਜਾਂਦੀ ਆ। ਸੋ ਮਹਾਂਪੁਰਖਾਂ ਦੀ ਜਿਹੜੀ ਬੁੱਧੀ ਆ ਉਹ ਵਿਵੇਕ ਹੁੰਦੀ ਆ। ਸੋ ਵਿਵੇਕ ਬੁੱਧੀ ਹੰਸ ਦੇ ਵਾਂਗੂ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਦਿੰਦੇ ਆ। ਚਾਹੇ ਕੋਈ ਕਿੰਨਾ ਵੀ ਚੁਸਤ ਹੋਵੇ, ਉਹਦੀ ਚੁਸਤੀ ਨੂੰ ਬੜੀ ਸਹਿਜ ਦੇ ਨਾਲ ਫੜ ਲੈਂਦੇ ਆ। ਸੋ ਅੱਜ ਦਾਸ ਇਸੇ ਹੀ ਵਿਸ਼ੇ ਦੇ ਅੰਦਰ ਕਿਵੇਂ ਇੱਕ ਤਾਂਤਰਿਕ ਜਿਸ ਨੇ ਕੋਈ ਪ੍ਰੇਤ ਵਸ ਕੀਤਾ ਸੀਗਾ, ਉਹ ਪ੍ਰੇਤ ਤਾਂਤਰਿਕ ਦੇ ਇਸ਼ਾਰੇ ਦੇ ਉੱਤੇ ਕ੍ਰਿਸ਼ਨ ਭਗਵਾਨ ਦਾ ਰੂਪ ਬਣਾ ਕੇ ਅਤੇ ਦੁਨੀਆ ਨੂੰ ਭਰਮਾਉਂਦਾ ਹੁੰਦਾ ਸੀ। ਲੇਕਿਨ ਸੰਸਾਰੀ ਲੋਕ ਜਿਹੜੇ ਉਸ ਦਾ ਦਰਸ਼ਨ ਕਰਨਾ ਚਾਹੁੰਦੇ ਸੀਗੇ, ਉਸ ਤੋਂ ਤਾਂਤਰਿਕ ਬਹੁਤ ਜ਼ਿਆਦਾ ਪੈਸੇ ਵਸੂਲ ਕਰ ਲੈਂਦਾ ਸੀਗਾ। ਪਰ ਦੇਖੋ ਕਿਵੇਂ ਉਹਦੀ ਪੋਲ ਖੁੱਲ੍ਹੀ ਆ। ਇਸ ਦੀ ਇੱਕ ਘਟਨਾ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ ਇਹ ਸੰਸਾਰ ਜਿਹੜਾ ਹੈਗਾ, ਇਹਦੇ ਵਿੱਚ ਅਗਰ ਕਿਸੇ ਨੇ ਰਹਿਣਾ ਹੋਵੇ, ਸਭ ਤੋਂ ਪਹਿਲਾਂ ਇਹ ਹੈ ਕਿ ਉਸ ਨੂੰ ਗਿਆਨ ਹੋਣਾ ਚਾਹੀਦਾ ਹੈ। ਇਹ ਗਿਆਨ ਸੰਸਾਰੀ ਗਿਆਨ 'ਚੋਂ ਪ੍ਰਾਪਤ ਨਹੀਂ ਹੁੰਦਾ, ਇਹ ਮਹਾਂਪੁਰਖਾਂ ਦੀ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਜਿੱਥੇ ਗਿਆਨ ਵਾ ਫਿਰ ਉੱਥੇ ਧਰਮ ਵੀ ਆ। ਕਬੀਰ ਜਹਾਂ ਗਿਆਨ ਤੈ ਧਰਮ ਹੈ, ਜਿੱਥੇ ਗਿਆਨ ਉੱਥੇ ਧਰਮ ਆਪਣੇ ਆਪ ਹੀ ਆ ਜਾਂਦਾ। ਗਿਆਨ ਦੇ ਨਾਲ ਹੀ ਸੱਚ ਦੀ ਸਮਝ ਆਉਂਦੀ, ਝੂਠ ਦੀ ਸਮਝ ਆਉਂਦੀ। ਦੂਸਰਾ ਕੀ ਹੈ? ਬਾਣੀ ਕਹਿੰਦੀ ਕਬੀਰ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਅਤੇ ਫਿਰ ਜਹਾਂ ਲੋਭ ਤੈ ਕਾਲ ਹੈ। ਜਿੱਥੇ ਲੋਭ ਆ ਉੱਥੇ ਕਾਲ ਦੀ ਨਿਸ਼ਾਨੀ ਹੈ। ਲੋਭ ਦਾ ਮਤਲਬ ਇਹ, ਲੋਭੀ ਆਦਮੀ ਦਾ ਮਤਲਬ ਕੀ ਹੈਗਾ? ਲੋਭੀ ਜਿਹੜਾ ਆਦਮੀ ਹੋਵੇ ਉਹ ਕਾਲ ਦੀ ਨਿਸ਼ਾਨੀ ਹੁੰਦਾ ਹੈ। ਸੋ ਜਹਾਂ ਖਿਮਾ ਤੈ ਆਪ, ਜਿੱਥੇ ਖਿਮਾ ਹੋਵੇ ਹਿਰਦੇ ਦੇ ਅੰਦਰ, ਅਤੇ ਖਿਮਾ ਮਹਾਂਪੁਰਖਾਂ ਦੇ ਹਿਰਦੇ ਦੇ ਵਿੱਚ ਹੁੰਦੀ ਆ, ਕਿਉਂ? ਉਹਨਾਂ ਦੇ ਅੰਦਰ ਪਰਮੇਸ਼ਰ ਦਾ ਵਾਸਾ ਹੁੰਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮਹਾਂਪੁਰਖਾਂ ਨੂੰ ਆਮ ਕੋਈ ਆਦਮੀ ਕਿਸੇ ਵੀ ਤਰੀਕੇ ਦੇ ਨਾਲ ਬੇਵਕੂਫ ਨਹੀਂ ਬਣਾ ਸਕਦਾ, ਚਾਹੇ ਉਹ ਭਾਵੇਂ ਲੱਖ ਯਤਨ ਕਰੇ। ਸੋ ਇਹੋ ਜਿਹੀ ਜਿਹੜੀਆਂ ਨਟੰਕੀਆਂ ਹੈਗੀਆਂ ਉਹ ਕੇਵਲ ਅਤੇ ਕੇਵਲ ਮਹਾਂਪੁਰਖਾਂ ਦੀ ਪਕੜ ਦੇ ਵਿੱਚ ਆਉਂਦੀਆਂ। ਪਰ ਸੰਸਾਰੀ ਲੋਕ ਕਿਉਂਕਿ ਭੇਡ ਦੀ ਨਿਆਈ ਹੁੰਦੇ ਆ, ਇਸ ਕਰਕੇ ਇਹੋ ਜਿਹੇ ਨਟੰਕੀਬਾਜ਼ ਵਾਲੇ ਜਿਹੜੇ ਤਾਂਤਰਿਕ ਹੁੰਦੇ ਆ, ਉਹਨਾਂ ਦੇ ਘਰਾਂ ਦੇ ਵਿੱਚ ਭੀੜਾਂ ਦੀਆਂ ਭੀੜਾਂ ਲੱਗ ਜਾਂਦੀਆਂ। ਪਰ ਜੋ ਮਹਾਂਪੁਰਖ ਹੁੰਦੇ ਆ, ਬਿਰਲੇ ਸੰਸਾਰ ਦੇ ਵਿੱਚ ਵਿਅਕਤੀ ਹੁੰਦੇ ਆ। ਸੋ ਉਹਨਾਂ ਦੀ ਨਜ਼ਰ ਜਿਹੜੀ ਉਹ ਆਵਾਜ਼ ਤੋਂ ਵੀ ਤਿੱਖੀ ਹੁੰਦੀ ਆ। ਕਿਉਂ? ਇਹੋ ਜਿਹੇ ਮਹਾਂਪੁਰਖ ਆਉਣ ਵਾਲੇ ਭੂਤ ਭਵਿੱਖ ਵਰਤਮਾਨ ਸਭ ਦੀ ਸੋਝੀ ਰੱਖਦੇ ਹੈ। ਸੋ ਜਿਵੇਂ ਇੱਕ ਤਾਂਤਰਿਕ ਸੀਗਾ, ਮਹਾਂਪੁਰਖ ਦੱਸਦੇ ਸੀ ਕਿ ਉਹ ਜਿਹੜਾ ਤਾਂਤਰਿਕ ਸੀਗਾ, ਉਸ ਤਾਂਤਰਿਕ ਨੇ ਆਪਣੀ ਤੰਤਰ ਸਾਧਨਾ ਦੇ ਨਾਲ ਇੱਕ ਪ੍ਰੇਤ ਵਸ ਕਰ ਲਿਆ ਸੀ। ਜਦੋਂ ਉਹਨੇ ਪ੍ਰੇਤ ਵਸ ਕੀਤਾ ਅਤੇ ਫਿਰ ਉਹਨੇ ਸੋਚਿਆ ਵੀ ਮੈਂ ਇਸ ਪ੍ਰੇਤ ਤੋਂ ਕੀ ਕੰਮ ਲਵਾਂ ਜਿਹਦੇ ਨਾਲ ਮੈਂ ਦੁਨੀਆ ਦਾ ਬਹੁਤ ਵੱਡਾ ਅਮੀਰ ਆਦਮੀ ਬਣ ਜਾਵਾਂ। ਅਤੇ ਦੂਸਰੀ ਗੱਲ ਇਹ ਆ ਕਿ ਇਸ ਅਮੀਰ ਆਦਮੀ ਦੇ ਨਾਲ ਮੇਰੀ ਮਸ਼ਹੂਰੀ ਇੰਨੀ ਜ਼ਿਆਦਾ ਹੋਵੇ ਕਿ ਦੁਨੀਆ ਦੇ ਸੰਸਾਰੀ ਲੋਕ ਮੈਨੂੰ ਪੂਜਣ। ਦੇਖੋ ਉਸ ਤਾਂਤਰਿਕ ਨੇ ਜਦੋਂ ਪ੍ਰੇਤ ਵਸ ਕੀਤਾ, ਪ੍ਰੇਤ ਵਸ ਕਰਨ ਤੋਂ ਬਾਅਦ ਬਹੁਤ ਟਾਈਮ ਸੋਚਦਾ ਰਿਹਾ ਕਿ ਕਿਵੇਂ ਕੋਈ ਐਸੀ ਸਕੀਮ ਬਣਾਈ ਜਾਵੇ ਕਿ ਮੇਰੀ ਜਿਹੜੀ ਮਸ਼ਹੂਰੀ ਆ ਸੰਸਾਰ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਹੋਵੇ, ਅਤੇ ਜਿਹੜੇ ਲੋਕੀ ਹੈਗੇ ਮੈਨੂੰ ਰੱਬ ਵਾਂਗੂ ਪੂਜਣ, ਮੈਨੂੰ ਸਭ ਤੋਂ ਜ਼ਿਆਦਾ ਸਿਆਣਾ ਸਮਝਣ। ਇਸ ਕਰਕੇ ਉਹਨੇ ਇਹ ਆਪਣੀ ਸੋਚ ਦੇ ਵਿੱਚ ਇੱਕ ਐਸਾ ਭਾਰੀ ਪਰਿਵਰਤਨ ਲਿਆਂਦਾ, ਜਿਹਦੇ ਵਿੱਚ ਉਹਨੇ ਤਾਂਤਰਿਕ ਨੇ ਸਭ ਤੋਂ ਪਹਿਲਾਂ ਇਹ ਜਿਹੜਾ ਨਾ ਸਾਧਾਂ ਵਾਲਾ ਬਾਣਾ ਹੈਗਾ, ਮਹਾਂਪੁਰਖਾਂ ਵਾਲਾ ਪੁਸ਼ਾਕ ਹੈਗੀ ਆ, ਉਹ ਮਹਾਂਪੁਰਖਾਂ ਦੀ ਪੁਸ਼ਾਕ ਨੂੰ ਪਹਿਲਾਂ ਅਪਣਾਇਆ, ਤਾਂ ਜੋ ਲੋਕ ਇਹ ਨਾ ਕਹਿਣ ਵੀ ਇਹ ਕੋਈ ਤਾਂਤਰਿਕ ਵਾ ਜਾਂ ਕੋਈ ਠੱਗ ਹੈਗਾ ਜਾਂ ਚੋਰ ਹੈ ਜਾਂ ਕੁਛ ਹੋਰ ਹੈ। ਲੋਕ ਮੈਨੂੰ ਕੇਵਲ ਅਤੇ ਕੇਵਲ ਮਹਾਂਪੁਰਖ ਸਾਧੂ ਸਮਝਣ।
ਇਸ ਕਰਕੇ ਉਹਨੇ ਸਭ ਤੋਂ ਪਹਿਲਾ ਪਹਿਰਾਵਾ ਜਿਹੜਾ ਹੈ ਨਾ ਉਹ ਸਾਧਾਂ ਵਾਲਾ ਬਣਾਇਆ। ਕਿਉਂਕਿ ਦੇਖੋ ਸੰਸਾਰ ਦੇ ਅੰਦਰ ਜਿਨ੍ਹਾਂ ਦੇ ਪਾਸ ਸਾਧਾਂ ਵਾਲਾ ਪਹਿਰਾਵਾ ਹੋਵੇ ਤੇ ਦੁਨੀਆ ਦੇ ਅੰਦਰ ਕੁਦਰਤੀ ਤੌਰ 'ਤੇ ਉਹਦੇ ਵਾਸਤੇ, ਕਿਉਂਕਿ ਇਹ ਉਹਨੇ ਬਾਣਾ ਪਾਇਆ ਹੈਗਾ, ਇਸ ਕਰਕੇ ਉਹਦੇ ਪ੍ਰਤੀ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਪਰ ਦੇਖੋ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਹੈ ਉਹਨਾਂ ਨੂੰ ਇਹਨਾਂ ਪਹਿਰਾਵਿਆਂ ਅਤੇ ਮਖੌਟਿਆਂ ਦੇ ਵਿੱਚ ਰਹਿੰਦੇ ਹੋਈਆਂ ਜਿਹੜੀਆਂ ਮਨੁੱਖਾਂ ਦੀਆਂ ਚੁਸਤ ਚਲਾਕੀਆਂ ਹੈਗੀਆਂ ਉਹਨਾਂ ਦਾ ਸਹਿਜ ਦੇ ਵਿੱਚ ਹੀ ਪਤਾ ਚੱਲ ਜਾਂਦਾ। ਇਸੇ ਤਾਂ ਗੁਰਬਾਣੀ ਨੇ ਆਖਿਆ ਹੈ ਕਿ ਸਾਧ ਅਸਾਧ ਪਰਖੀਆਂ ਕਰਤੂਤ ਸੁਪਾਖੀ, ਉਹਨਾਂ ਦੀ ਕਰਤੂਤ ਤੋਂ ਪਤਾ ਲੱਗ ਜਾਂਦਾ ਹੈ, ਉਹਨਾਂ ਦੇ ਕਰਮ ਤੋਂ ਪਤਾ ਲੱਗ ਜਾਂਦਾ। ਪਰ ਇਹ ਕਰਮ ਕੋਈ ਆਦਮੀ ਕਰ ਸਕਦਾ। ਇਸੇ ਤਰ੍ਹਾਂ ਉਹ ਪ੍ਰੇਤ ਨੇ ਵੀ ਸਾਧਾਂ ਵਾਲਾ ਬਾਣਾ ਪਾ ਲਿਆ। ਸਾਧਾਂ ਵਾਲਾ ਬਾਣਾ ਪਾ ਕੇ ਉਸ ਨੇ ਆਪਣੇ ਜਿਹੜੇ ਕੁਛ ਐਸੇ ਚੇਲੇ ਚਮਟੇ ਇਕੱਠੇ ਕਰ ਲਏ। ਉਹਨਾਂ ਨੂੰ ਇਹ ਕਹਿਤਾ ਕਿ ਤੁਸੀਂ ਜਾ ਕੇ ਪੂਰੇ ਭਾਰਤ ਵਰਸ਼ ਵਿੱਚ ਇਹ ਪ੍ਰਚਾਰ ਕਰੋ ਕਿ ਸਾਡਾ ਇੱਕ ਗੁਰੂ ਆ ਜਿਸ ਨੇ ਬੜੀ ਭਾਰੀ ਤਪੱਸਿਆ ਹਿਮਾਲਿਆ ਪਰਬਤ 'ਚ ਕੀਤੀ ਆ, ਅਤੇ ਉਹਨੇ ਕ੍ਰਿਸ਼ਨ ਭਗਵਾਨ ਤੋਂ ਵਰ ਮੰਗ ਲਿਆ ਹੈਗਾ ਕਿ ਕ੍ਰਿਸ਼ਨ ਭਗਵਾਨ ਤੋਂ ਇਹ ਵਰ ਮੰਗਿਆ ਹੈਗਾ ਕਿ ਉਹ ਜਦ ਚਾਹੇ ਕਿਸੇ ਨੂੰ ਵੀ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਾ ਸਕਦਾ ਹੈਗਾ। ਦੇਖੋ ਜਦੋਂ ਉਹਦੇ ਚੇਲਿਆਂ ਨੇ ਹੁਣ ਜਿਹੜੇ ਤਨਖਾਹਾਂ 'ਤੇ ਰੱਖੇ ਸੀਗੇ ਉਹਨਾਂ ਨੇ ਘਰ ਘਰ ਜਾ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਇੱਕ ਗੁਰੂ ਆਏ ਆ, ਉਹਨਾਂ ਨੇ ਹਿਮਾਲਿਆ ਪਰਬਤ 'ਚ ਬੜੀ ਭਾਰੀ ਤਪੱਸਿਆ ਕੀਤੀ ਆ ਅਤੇ ਸਾਡੇ ਗੁਰੂਆਂ ਨੇ ਇਹ ਵਰ ਮੰਗ ਲਿਆ ਹੈਗਾ ਕਿ ਉਹ ਕ੍ਰਿਸ਼ਨ ਭਗਵਾਨ ਨੂੰ ਜਦ ਚਾਹੇ ਕਿਸੇ ਵੀ ਪ੍ਰਾਣੀ ਨੂੰ ਦਰਸ਼ਨ ਕਰਾ ਸਕਦੇ ਆ। ਦੇਖੋ ਲੋਕੀ ਜਿਹੜੇ ਆਮ ਤੌਰ ਦੇ ਵਿੱਚ ਹੁੰਦੇ ਆ ਉਹ ਭੋਲੇ ਭਾਲੇ ਹੁੰਦੇ ਆ, ਜਿਨ੍ਹਾਂ ਨੂੰ ਗਿਆਨ ਦਾ ਕੋਈ ਬਹੁਤਾ ਪਤਾ ਨਹੀਂ ਹੁੰਦਾ, ਖਾਸ ਕਰਕੇ ਅਧਿਆਤਮਿਕ ਮਾਰਗ ਦਾ ਤਾਂ ਕੋਈ ਪਤਾ ਨਹੀਂ ਹੁੰਦਾ। ਖਾਸ ਕਰਕੇ ਸੰਤ ਬਾਣੇ ਦੇ ਅੰਦਰ ਕੋਈ ਗੱਲ ਕਹਿ ਜਾਵੇ ਤਾਂ ਉੱਤੇ ਲੋਕੀ ਭੋਲੇ ਭਾਲੇ ਬਿਲਕੁਲ ਸਹਿਜ ਦੇ ਵਿੱਚ ਹੀ ਵਿਸ਼ਵਾਸ ਕਰ ਲੈਂਦੇ ਆ। ਇਸ ਕਰਕੇ ਆਮ ਲੋਕਾਂ ਨੇ ਉਸ ਤਾਂਤਰਿਕ ਦੇ ਉੱਤੇ ਜਿਹੜਾ ਸਾਧ ਬਾਣੇ ਵਿੱਚ ਸੀਗਾ ਉੱਤੇ ਵਿਸ਼ਵਾਸ ਕਰ ਲਿਆ। ਪਰ ਉਹ ਸਾਧ ਬਾਣੇ ਵਾਲੇ ਨੇ ਜਿਹੜਾ ਆਪਣੇ ਜਿੰਨੇ ਵੀ ਹੋਰ ਲੋਕੀ ਜਿਹੜੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਨ ਆਉਂਦੇ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਦਰਸ਼ਨ ਐਵੇਂ ਨਹੀਂ ਕਰਾਉਂਦਾ, ਅਤੇ ਜਿੰਨੇ ਵੀ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰਨੇ ਆ ਉਸ ਨੂੰ ਭਾਰੀ ਜਿਹੜੀ ਰਕਮ ਆ ਮੈਨੂੰ ਦੇਣੀ ਪਊਗੀ, ਫਿਰ ਮੈਂ ਦਰਸ਼ਨ ਕਰਾਊਂਗਾ। ਦੇਖੋ ਜੀ ਉਸ ਭਾਰੀ ਰਕਮ ਦੇ ਵਿੱਚ ਵੱਡੇ ਵੱਡੇ ਸੇਠ ਵੀ ਫਸ ਗਏ, ਅਤੇ ਵਾਕਿਆ ਹੀ ਜਿਹੜਾ ਕੋਈ ਜਾਵੇ ਉਸ ਦਾ ਹੀ ਉਹ ਰਕਮ ਤਾਰ ਦੇਵੇ। ਉਹ ਤੰਤਰਿਕ ਕੀ ਕਰੇ ਕਿ ਰਾਤ ਨੂੰ ਜਿਸ ਨੂੰ ਵੀ ਦਰਸ਼ਨ ਕਰਾਉਣੇ ਹੁੰਦੇ ਸੀ ਉਹਨਾਂ ਨੂੰ ਰਾਤ ਨੂੰ 12 ਵਜੇ ਸੱਦ ਲੈਂਦਾ ਸੀ। ਜਦ 12 ਵਜੇ ਸੱਦਦਾ ਸੀਗਾ, 12 ਵਜੇ ਸੱਦ ਕੇ ਉਹ ਪ੍ਰੇਤ ਨੂੰ ਹੁਕਮ ਕਰ ਦਿੰਦਾ ਸੀਗਾ ਵੀ ਤੂੰ ਕ੍ਰਿਸ਼ਨ ਭਗਵਾਨ ਦਾ ਰੂਪ ਧਾਰ ਕੇ ਉਹਨੂੰ ਦਰਸ਼ਨ ਦੇ। ਫਿਰ ਦੇਖੋ ਪ੍ਰੇਤ ਇਸ ਤਰ੍ਹਾਂ ਹੀ ਕਰਦਾ ਸੀਗਾ। ਜਦੋਂ ਉਹ ਦਰਸ਼ਨ ਦਿੰਦਾ ਸੀਗਾ ਉਸੇ ਟਾਈਮ ਉਹ ਕ੍ਰਿਸ਼ਨ ਭਗਵਾਨ ਦਾ ਰੂਪ ਬਣ ਕੇ ਬੰਸਰੀ ਹੱਥ 'ਚ ਫੜ ਲੈਂਦਾ ਸੀਗਾ ਅਤੇ ਬੰਸਰੀ ਵਜਾਉਂਦਾ ਹੁੰਦਾ ਸੀਗਾ, ਅਤੇ ਬਿਲਕੁਲ ਉਸੇ ਤਰ੍ਹਾਂ ਮਨਮੋਹਣੀ ਮੂਰਤ ਕ੍ਰਿਸ਼ਨ ਵਾਲੀ ਉਹ ਬਣਾ ਕੇ ਸਿਰ 'ਤੇ ਮੁਕਟ ਲਾ ਕੇ ਸਾਰਾ ਕੁਛ ਕਰਕੇ ਅਤੇ ਉਹਨੂੰ ਦਰਸ਼ਨ ਦੇ ਦਿੰਦਾ ਸੀ। ਅਤੇ ਜਿਸ ਕਰਕੇ ਜਿਹੜੇ ਧਨਾੜ ਆਦਮੀ ਜਿਹੜੇ ਦਰਸ਼ਨ ਕਰਦੇ ਹੁੰਦੇ ਸੀਗੇ ਉਹ ਇੰਨੇ ਖੁਸ਼ ਹੋ ਜਾਂਦੇ ਕਿ ਮੇਰਾ ਜੀਵਨ ਸਫਲ ਹੋ ਗਿਆ, ਮੈਨੂੰ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਹੋ ਗਏ। ਉਹ ਕਰਦੇ ਕਰਦੇ ਉਸ ਤੰਤਰ ਦੀ ਜਿਹੜੀ ਗੁੱਡੀ ਸੀ ਚੜ੍ਹਦੀ ਗਈ। ਜਦ ਚੜ੍ਹਦੀ ਗਈ ਦੇਖੋ ਇੱਕ ਨਾ ਇੱਕ ਦਿਨ ਇਹ ਝੂਠ ਦਾ ਭਾਂਡਾ ਤਾਂ ਸੰਸਾਰ ਦੇ ਵਿੱਚ ਫੁੱਟਦਾ ਹੀ ਆ, ਕਿਉਂ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਹੈ ਕਿ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇੱਕ ਦਿਨ ਝੂਠ ਦਾ ਭਾਂਡਾ ਭੱਜਦਾ ਹੀ ਭੱਜਦਾ ਅਤੇ ਸੱਚ ਸਾਰਿਆਂ ਦੇ ਸਾਹਮਣੇ ਨਿਤਰੇ ਆਉਂਦਾ ਹੈ। ਸੋ ਉੱਥੇ ਇੱਕ ਮਹਾਤਮਾ ਸੀ, ਜਿਹੜੇ ਮਹਾਤਮਾ ਬਹੁਤ ਪਹੁੰਚੇ ਹੋਏ ਸੀ, ਉਹਨਾਂ ਦੀ ਵੀ ਜਿਹੜੀ ਸੰਗਤ ਸੀ ਬੜੀ ਇੱਜ਼ਤ ਕਰਦੀ ਸੀ। ਸੋ ਜਿਹੜੇ ਪਹੁੰਚੇ ਹੋਏ ਮਹਾਤਮਾ ਸੀਗੇ ਉਹ ਤਾਂ ਆਪਣੇ ਰੰਗ ਦੇ ਵਿੱਚ ਰਹਿੰਦੇ ਸੀਗੇ, ਲੇਕਿਨ ਜਿਹੜਾ ਪਖੰਡੀ ਤਾਂਤਰਿਕ ਸੀਗਾ ਜਿਹਨੇ ਪ੍ਰੇਤ ਬਸ ਕੀਤਾ ਸੀਗਾ ਅਤੇ ਮਨ ਵਿੱਚ ਇਹ ਆਇਆ ਕਿ ਜੇ ਉਸ ਮਹਾਤਮਾ ਨੂੰ ਮੈਂ ਆਪਣੇ ਬਸ ਕਰ ਲਵਾਂ ਕਿਸੇ ਵੀ ਤਰੀਕੇ ਦੇ ਨਾਲ ਅਤੇ ਸਾਡਾ ਆਪਸ ਵਿੱਚ ਸੰਬੰਧ ਬਣ ਜਾਵੇ, ਜਦ ਸਾਡਾ ਸੰਬੰਧ ਬਣੂਗਾ ਅਤੇ ਫਿਰ ਜਿਹੜੀ ਮੇਰੀ ਮਸ਼ਹੂਰੀ ਆ ਹੋਰ ਵੀ ਜ਼ਿਆਦਾ ਹੋ ਜੂਗੀ। ਕਿਉਂਕਿ ਹਰੇਕ ਆਦਮੀ ਦਾ ਅੱਗੇ ਤੋਂ ਅੱਗੇ ਲਾਲਚ ਵੱਜਦਾ ਹੈਗਾ ਕਿ ਲਾਲਚ ਕਰਕੇ ਉਹ ਅੱਗੇ ਤੋਂ ਅੱਗੇ ਵੱਡਾ ਆਦਮੀ ਬਣਨਾ ਚਾਹੁੰਦਾ। ਇਸ ਕਰਕੇ ਉਸ ਤਾਂਤਰਿਕ ਨੇ ਆਪਣੇ ਜਿਹੜੇ ਚੇਲੇ ਸੀਗੇ ਉਸ ਮਹਾਤਮਾ ਦੇ ਪਾਸ ਭੇਜੇ। ਜਦ ਭੇਜੇ ਉਹ ਚੇਲੇ ਜਦ ਉਸ ਮਹਾਤਮਾ ਦੇ ਪਾਸ ਹੈ ਤਾਂ ਮਹਾਤਮਾ ਜੀ ਨੂੰ ਚੇਲਿਆਂ ਨੇ ਜਾ ਕੇ ਦੱਸਿਆ ਕਿ ਸਾਡੇ ਇੱਕ ਗੁਰੂ ਆ ਜਿਨ੍ਹਾਂ ਨੇ ਹਿਮਾਲਿਆ ਦੇ ਵਿੱਚ ਬੜੀ ਯੋਗ ਸਾਧਨਾ ਕੀਤੀ ਆ, ਅਤੇ ਉਹਨਾਂ ਨੇ ਕ੍ਰਿਸ਼ਨ ਭਗਵਾਨ ਨੂੰ ਪ੍ਰਗਟ ਕਰਕੇ ਵਰ ਲੈ ਲਿਆ ਕਿ ਉਹ ਕਿਸੇ ਨੂੰ ਵੀ ਦਰਸ਼ਨ ਕਰਾ ਸਕਦੇ ਆ। ਪਰ ਸਾਡੇ ਗੁਰੂ ਜਿਹੜੇ ਆ ਉਹਦੀ ਦਰਸ਼ਨ ਭੇਟਾ ਮੰਗਦੇ ਆ। ਪਰ ਤੁਹਾਡੇ ਉੱਤੇ ਸਾਡੇ ਗੁਰੂ ਦੀ ਏਡੀ ਕਿਰਪਾ ਹੈਗੀ ਆ ਕਿ ਸਾਡੇ ਗੁਰੂ ਨੇ ਆਖਿਆ ਹੈਗਾ ਕਿ ਅਸੀਂ ਕੋਈ ਦਰਸ਼ਨ ਭੇਟਾ ਨਹੀਂ ਲੈਣੀ, ਕੇਵਲ ਅਤੇ ਕੇਵਲ ਆਪ ਨੂੰ ਅਸੀਂ ਦਰਸ਼ਨ ਕਰਾਉਣੇ ਆ। ਜਦ ਇੰਨੀ ਗੱਲ ਹੋਈ ਉਹ ਜਿਹੜੇ ਮਹਾਤਮਾ ਸੱਚੇ ਸੁੱਚੇ ਸੀ ਅੰਦਰੋਂ ਬੜੇ ਹੈਰਾਨ ਹੋਏ ਵੀ ਦੇਖੋ ਰੱਬ ਨੂੰ ਪਾਉਣ ਵਾਸਤੇ ਤਾਂ ਕਈ ਜੀਵਨ ਲੱਗ ਜਾਂਦੇ ਆ, ਪਰ ਇਹ ਆਦਮੀ ਮੈਨੂੰ ਇਹ ਆਖਦਾ ਹੈਗਾ ਕਿ ਮੈਂ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਾ ਦਿੰਦਾ ਹੈਗਾ, ਔਰ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ। ਇਹ ਤਾਂ ਬੜਾ ਸੌਖਾ ਕੰਮ ਹੈ। ਉਹ ਸੋਚਣ ਲੱਗੇ। ਅਖੀਰ ਫਿਰ ਉਹਨਾਂ ਨੇ ਆਪਣੇ ਬੰਦੇ ਭੇਜੇ ਕਿ ਤੁਸੀਂ ਸਾਨੂੰ ਇਹ ਦੱਸੋ ਵੀ ਉਹਨੇ ਪਹਿਲਾਂ ਕਿਸੇ ਨੂੰ ਦਰਸ਼ਨ ਕਰਾਏ ਆ। ਪਰ ਜਦੋਂ
ਉਹਨੇ ਟੋਲ ਵਾਸਤੇ ਬੰਦੇ ਭੇਜੇ ਅਤੇ ਬੰਦੇ ਜਿਹੜੇ ਸੀਗੇ ਉਹਨਾਂ ਸੇਠਾਂ ਨੂੰ ਮਿਲੇ ਆ ਜਿਨ੍ਹਾਂ ਨੇ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕੀਤੇ। ਸੋ ਉਹਨੇ ਆਖਿਆ ਕਿ ਅਸੀਂ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕੀਤੇ ਆ ਅਤੇ ਭੇਟਾਂ ਤਾਂ ਭਾਵੇਂ ਜ਼ਿਆਦਾ ਸੀਗੀ ਪਰ ਸਾਡਾ ਜੀਵਨ ਧੰਨ ਹੋ ਗਿਆ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰਕੇ। ਗੱਲ ਕੀ ਆ, ਜਿਨ੍ਹਾਂ ਨੇ ਹੁਣ ਦਰਸ਼ਨ ਕੀਤੇ ਉਹਨਾਂ ਨੂੰ ਅਸਲ ਦੇ ਵਿੱਚ ਕਹਾਣੀ ਦਾ ਪਤਾ ਹੀ ਨਹੀਂ ਹੈ। ਖੈਰ ਉਹ ਜਿਹੜੇ ਮਹਾਤਮਾ ਸੀਗੇ ਉਹ ਕਹਿੰਦੇ ਚਲੋ ਠੀਕ ਆ, ਅਗਰ ਤੁਸੀਂ ਸਾਨੂੰ ਦਰਸ਼ਨ ਕਰਾਉਂਦੇ ਆ ਤਾਂ ਫਿਰ ਅਸੀਂ ਜ਼ਰੂਰ ਦਰਸ਼ਨ ਕਰਨ ਆਵਾਂਗੇ। ਖੈਰ ਉਹ ਤਾਂਤਰਿਕ ਨੇ ਉਹਨਾਂ ਮਹਾਤਮਾ ਨੂੰ ਰਾਤ ਦੇ 12 ਵਜੇ ਦਾ ਟਾਈਮ ਦੇ ਕੇ ਆਪਣੇ ਪਾਸ ਸੱਦ ਲਿਆ। ਜਦੋਂ ਮਹਾਤਮਾ ਤਾਂਤਰਿਕ ਦੇ ਪਾਸ ਰਾਤ ਨੂੰ 12 ਵਜੇ ਤੋਂ ਪਹਿਲਾਂ ਪਹੁੰਚ ਗਏ ਤਾਂ ਪਹਿਲਾਂ ਤਾਂ ਉਸ ਤਾਂਤਰਿਕ ਨੇ ਮਹਾਂਪੁਰਖਾਂ ਦਾ ਬੜਾ ਸਤਿਕਾਰ ਕੀਤਾ, ਜੀ ਆਇਆਂ ਕੀਤੀ। ਉਹਦੇ ਚੇਲਿਆਂ ਨੇ ਉਹਦੀ ਖੁਸ਼ੀ ਦੇ ਵਿੱਚ ਬੜੀ ਜੈ ਜੈਕਾਰ ਕੀਤੀ ਅਤੇ ਫੁੱਲਾਂ ਦੀ ਵੀ ਵਰਖਾ ਕੀਤੀ। ਜਦ ਫੁੱਲਾਂ ਦੀ ਵਰਖਾ ਕੀਤੀ, ਵਰਖਾ ਕਰਨ ਤੋਂ ਬਾਅਦ ਉਹਦਾ ਭਾਰੀ ਸਵਾਗਤ ਕੀਤਾ। ਭਾਵ ਕੀ ਆ ਕਿ ਇਹ ਜਿਹੜਾ ਗੁਰੂ ਹੈਗੇ ਆ, ਜਿਹੜੇ ਸੰਤ ਵਾ, ਤਾਂਤਰਿਕ ਦਾ ਮਨ ਦਾ ਖਿਆਲ ਸੀਗਾ ਵੀ ਪੂਰੀ ਤਰ੍ਹਾਂ ਮੇਰੇ 'ਤੇ ਖੁਸ਼ ਹੋ ਜਾਣਗੇ, ਰੀਝ ਜਾਣਗੇ। ਉਸ ਤੋਂ ਬਾਅਦ ਫਿਰ ਜਦ ਉਹ ਮਹਾਂਪੁਰਖਾਂ ਨੇ ਉਸ ਤਾਂਤਰਿਕ ਨੂੰ ਪੁੱਛਿਆ ਕਿ ਤੁਸੀਂ ਦਰਸ਼ਨ ਕਰਾਉਂਦੇ ਵੀ ਅੱਜ ਕਰਾ ਸਕਦੇ ਆ? ਉਹ ਤਾਂਤਰਿਕ ਕਹਿੰਦਾ ਕਿਉਂ ਨਹੀਂ, ਮੈਂ ਤਾਂ ਦਰਸ਼ਨ ਕਰਾਉਣ ਵਾਸਤੇ ਤਿਆਰ ਬੈਠਾ, ਇਸ ਕਰਕੇ ਰਾਤ ਦੇ 12 ਵਜ ਲੈਂਦੇ। ਜਦੋਂ 12 ਵਜੇ ਗਿਆ ਮੈਂ ਉਸ ਟਾਈਮ ਕ੍ਰਿਸ਼ਨ ਭਗਵਾਨ ਨੂੰ ਯਾਦ ਕਰੂੰਗਾ ਤਾਂ ਆਪ ਜੀ ਨੂੰ ਦਰਸ਼ਨ ਦੇ ਦੇਣਗੇ। ਜਦ ਇੰਨੀ ਗੱਲ ਹੋਈ ਤਾਂ ਫਿਰ ਜਦ ਰਾਤ ਦਾ 12 ਵੱਜਿਆ, ਉਹ ਜਿਹੜਾ ਤਾਂਤਰਿਕ ਸੀਗਾ ਆਪਣਾ ਜਿਹੜਾ ਸੁੰਦਰ ਕਮਰਾ ਸੀਗਾ ਡੇਰੇ ਦਾ ਉਹਦੇ ਵਿੱਚ ਬੈਠ ਗਿਆ। ਜਦ ਬੈਠ ਗਿਆ ਤਾਂ ਫਿਰ ਉਹਨੇ ਆਪਣੇ ਜਿਹੜੇ ਇਹ ਮਿੱਤਰ ਸੰਤ ਜਿਹੜੇ ਨਵੇਂ ਆਏ ਸੀ ਜਿਹਨਾਂ ਨੂੰ ਦਰਸ਼ਨ ਕਰਾਉਣਾ ਸੀਗਾ, ਇਹਨਾਂ ਨੂੰ ਵੀ ਨਾਲ ਕਮਰੇ ਵਿੱਚ ਆਵਾਜ਼ ਮਾਰ ਲਈ ਕਿ ਆ ਜਾਓ ਤੁਹਾਨੂੰ ਦਰਸ਼ਨ ਕਰਾਉਂਦੇ ਆ। ਦੇਖੋ ਜੀ ਮਹਾਂਪੁਰਖ ਵੀ ਉਸ ਕਮਰੇ 'ਚ ਬੈਠ ਗਏ। ਜਦ ਬੈਠ ਗਏ ਆ ਤਾਂ ਮਹਾਂਪੁਰਖਾਂ ਨੇ ਕੀ ਦੇਖਿਆ ਕਿ ਉਸ ਤਾਂਤਰਿਕ ਨੇ ਸਭ ਤੋਂ ਪਹਿਲਾਂ ਤਾਂ ਧੂਫਾਂ ਜਗਾਈਆਂ। ਜਦ ਧੂਫਾਂ ਲਾਈਆਂ, ਧੂਫਾਂ ਲਾਉਣ ਤੋਂ ਬਾਅਦ ਫਿਰ ਉਸੇ ਤਾਂਤਰਿਕ ਨੇ ਇੱਕ ਟੱਲੀ ਜਿਹੜੀ ਸੀ ਉਹ ਖੜਕਾਈ। ਜਦ ਟੱਲੀ ਖੜਕਾਈ, ਟੱਲੀ ਖੜਕਾਉਣ ਦੇ ਨਾਲ ਹੀ ਫਿਰ ਦੱਸਦੇ ਆ ਕਿ ਉਸ ਟਾਈਮ ਬੰਸਰੀ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਕਮਰੇ 'ਚ। ਜਦ ਬੰਸਰੀ ਦੀ ਆਵਾਜ਼ ਆਉਣੀ ਸ਼ੁਰੂ ਹੋਈ, ਬੰਸਰੀ ਦੀ ਆਵਾਜ਼ ਆਉਣ ਦੇ ਨਾਲ ਹੀ ਹੌਲੀ ਹੌਲੀ ਜਿਹੜੀ ਸੀਗੇ ਉਹਨੇ ਕੀ ਦੇਖਿਆ ਕਿ ਇੱਕ ਪਰਛਾਵਾਂ ਕਮਰੇ ਦੇ ਵਿੱਚ ਜਿਹੜਾ ਸੀ ਉਹ ਆਇਆ। ਉਸ ਪਰਛਾਵੇਂ ਆਉਣ ਤੋਂ ਬਾਅਦ ਹੀ ਉਹ ਪਰਛਾਵਾਂ ਫਿਰ ਕ੍ਰਿਸ਼ਨ ਭਗਵਾਨ ਦਾ ਰੂਪ ਧਾਰ ਕੇ ਬਿਲਕੁਲ ਸਾਹਮਣੇ ਪ੍ਰਤੱਖ ਹੋ ਗਿਆ। ਜਦ ਪ੍ਰਤੱਖ ਹੋ ਗਿਆ ਤਾਂ ਉਹ ਜਿਹੜੇ ਮਹਾਤਮਾ ਸੀਗੇ ਉਹ ਪਹਿਲਾਂ ਤਾਂ ਇਹ ਸੋਚਣ ਵੀ ਇਹ ਕਮਾਲ ਹੋ ਗਈ ਆ ਵੀ ਇਹ ਕ੍ਰਿਸ਼ਨ ਭਗਵਾਨ। ਜਦ ਉਹਨਾਂ ਨੇ ਉਸ ਕ੍ਰਿਸ਼ਨ ਭਗਵਾਨ ਦੀ ਮੂਰਤੀ ਜਾਂ ਜਿਹੜੀ ਚੀਜ਼ ਸਾਹਮਣੇ ਪ੍ਰਗਟ ਹੋਈ ਸੀ ਉਹਨੂੰ ਦੇਖਿਆ, ਜਦ ਉਹਨਾਂ ਨੇ ਉਹ ਚੀਜ਼ ਦੇਖੀ ਆ ਤਾਂ ਫਿਰ ਮਹਾਤਮਾ ਨੇ ਦੇਖਿਆ ਕਿ ਵਾਕਿਆ ਹੀ ਬੜਾ ਸੁੰਦਰ ਰੂਪ ਹੈ। ਹੱਥ 'ਚ ਬੰਸਰੀ ਫੜੀ ਆ, ਕ੍ਰਿਸ਼ਨ ਭਗਵਾਨ ਜੀ ਬੰਸਰੀ ਵਜਾ ਰਹੇ ਆ, ਬਿਲਕੁਲ ਉੱਪਰ ਮੁਕਟ ਲੱਗਾ ਹੋਇਆ ਹੈ। ਅਤੇ ਇਸੇ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਦੇ ਜੋ ਮੂਰਤੀਆਂ ਜਾਂ ਜੋ ਤਸਵੀਰਾਂ ਅਸੀਂ ਦੇਖਦੇ ਹਾਂ ਬਿਲਕੁਲ ਹੂ ਉਸੇ ਤਰ੍ਹਾਂ ਹੀ ਕ੍ਰਿਸ਼ਨ ਭਗਵਾਨ ਬਣ ਕੇ ਉਹ ਖੜ੍ਹੇ ਹੋ ਕੇ ਬੰਸਰੀ ਵਜਾ ਰਹੇ ਆ ਅਤੇ ਮੁਸਕਰਾ ਰਹੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਤਾਂਤਰਿਕ ਕਹਿਣ ਲੱਗਾ ਕਿਉਂ ਜੀ, ਹੋ ਗਏ ਨਾ ਦਰਸ਼ਨ, ਹੋ ਗਏ ਨਾ, ਤੁਹਾਡਾ ਜੀਵਨ ਨਿਹਾਲ ਹੋ ਗਏ ਨੇ, ਤੁਹਾਡੀ ਧੰਨ ਧੰਨ, ਤੁਹਾਡਾ ਜਨਮ ਸਫਲ ਹੋ ਗਿਆ। ਜਦ ਇੰਨੀ ਗੱਲ ਹੋਈ, ਦੇਖੋ ਹੁਣ ਮਹਾਤਮਾ ਵਿਵੇਕ ਬੁੱਧੀ ਵਾਲੇ ਸੀਗੇ, ਉਹਨਾਂ ਨੇ ਬੜੇ ਗ੍ਰੰਥ ਘੋਖੇ ਸੀਗੇ ਅਤੇ ਮਹਾਂਪੁਰਖਾਂ ਦੀ ਸੰਗਤ ਕੀਤੀ ਸੀ। ਅਤੇ ਮਹਾਂਪੁਰਖਾਂ ਦੀ ਸੰਗਤ ਤੋਂ ਉਹਨਾਂ ਨੂੰ ਇਹ ਪਤਾ ਲੱਗਾ ਸੀਗਾ ਕਿ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਲੇਕਿਨ ਇੱਥੇ ਤਾਂ ਇਹ ਪੰਕਤੀ ਮੇਰੇ ਉੱਤੇ ਢੁਕੀ ਨਹੀਂ ਹੈ, ਕਿਉਂਕਿ ਦਰਸ਼ਨ ਜਿਹੜੇ ਆ ਉਹ ਦਰਸ਼ਨ ਵਿੱਚ ਦੇਖਦੇ ਸਾਰੀ ਬੰਦੇ ਦੀ ਜਿਹੜੀ ਹੋਸ਼ ਭੁੱਲ ਜਾਂਦੀ ਆ, ਉਹਨੂੰ ਕਿਸੇ ਚੀਜ਼ ਦਾ ਕੋਈ ਗਿਆਨ ਨਹੀਂ ਰਹਿੰਦਾ ਹੈਗਾ। ਇਹ ਚੀਜ਼ ਮੇਰੇ ਨਾਲ ਕਿਉਂ ਨਹੀਂ ਵਾਪਰੀ, ਮੇਰੇ ਅੰਦਰ ਇਸ ਤਰ੍ਹਾਂ ਦਾ ਅਨੁਭਵ ਕਿਉਂ ਨਹੀਂ ਹੋਇਆ, ਕੋਈ ਖੁਸ਼ੀ ਖੇੜਾ ਆਨੰਦ ਮੇਰੇ ਅੰਦਰ ਕਿਉਂ ਨਹੀਂ ਬਣਿਆ ਹੈਗਾ। ਮੈਂ ਤਾਂ ਸਿਰਫ ਇਸ ਨੂੰ ਦੇਖ ਰਿਹਾ ਹੈਗਾ। ਇਹ ਤਾਂ ਗੱਲ ਸਹੀ ਹੈ ਕਿ ਮੇਰੇ ਸਾਹਮਣੇ ਕ੍ਰਿਸ਼ਨ ਭਗਵਾਨ ਬਿਲਕੁਲ ਉਸੇ ਤਰ੍ਹਾਂ ਪ੍ਰਤੱਖ ਹੋ ਕੇ ਬਾਂਸਰੀ ਵਜਾ ਰਹੇ ਆ, ਪਰ ਮੇਰੇ ਅੰਦਰ ਅਨੁਭਵਤਾ ਕਿਉਂ ਨਹੀਂ ਆਈ, ਖੇੜਾ ਕਿਉਂ ਨਹੀਂ ਆਇਆ, ਖੁਸ਼ੀ ਕਿਉਂ ਨਹੀਂ ਆਈ। ਜਦੋਂ ਮਹਾਤਮਾ ਇਸ ਤਰ੍ਹਾਂ ਸੋਚਣ ਲੱਗੇ ਫਿਰ ਮਨ ਵਿੱਚ ਉਹਨਾਂ ਦੇ ਇਹ ਆਇਆ ਵੀ ਹੋਵੇ ਨਾ ਹੋਵੇ ਇਹ ਇੱਕ ਬਹੁਤ ਵੱਡਾ ਛਲ ਹੋਵੇ ਜਿਹੜਾ ਇਸ ਆਦਮੀ ਨੇ ਮੇਰੇ ਨਾਲ ਕੀਤਾ ਹੈਗਾ। ਉਸ ਤੋਂ ਬਾਅਦ ਦੇਖੋ ਉਹੀ ਮਹਾਤਮਾ ਜਿਹੜੇ ਨਾਮ ਜਪਦੇ ਹੁੰਦੇ ਸੀਗੇ, ਉਹਨਾਂ ਨੇ ਆਪਣਾ ਜਿਹੜਾ ਮਹਾ ਮੰਤਰ ਜਿਹੜਾ ਆਪਣੇ ਗੁਰਦੇਵ ਤੋਂ ਲਿਆ ਸੀ, ਜਿਉਂ ਹੀ ਉਹਦਾ ਜਿਹੜਾ ਮਨ ਦੇ ਵਿੱਚ ਪਾਠ ਕਰਨਾ ਸ਼ੁਰੂ ਕੀਤਾ, ਜਪਣਾ ਸ਼ੁਰੂ ਕੀਤਾ, ਨਾਮ ਸਿਮਰਨ ਕਰਨਾ ਸ਼ੁਰੂ ਕੀਤਾ। ਜਿਉਂ ਹੀ ਨਾਮ ਸਿਮਰਨ ਸ਼ੁਰੂ ਕੀਤਾ, ਉਹ ਜਿਹੜਾ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਜਿਹੜਾ ਪ੍ਰੇਤ ਇਹ ਕਲਾ ਦਿਖਾ ਰਿਹਾ ਸੀਗਾ, ਅਤੇ ਉਸ ਤਾਂਤਰਿਕ ਨੇ ਕੀ ਦੇਖਿਆ ਕਿ ਉਹ ਜਿਹੜਾ ਪ੍ਰੇਤ ਸੀਗਾ, ਉਸ ਪ੍ਰੇਤ ਨੇ ਉਸੇ ਟਾਈਮ ਜਿਹੜੀਆਂ ਸੀਗੀਆਂ ਉਹ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਜਦ ਚੀਕਾਂ ਮਾਰਨੀਆਂ ਉਹਦਾ ਅਸਲੀ ਰੂਪ ਸਾਹਮਣੇ ਆ ਗਿਆ। ਜਦ ਕੀ ਦੇਖਿਆ ਤਾਂ ਕ੍ਰਿਸ਼ਨ ਭਗਵਾਨ ਦੀ ਜਿਹੜੀ ਉਹਨੇ ਸ਼ਕਲ ਅਖਤਿਆਰ ਕੀਤੀ ਸੀ, ਉਸ ਸ਼ਕਲ ਤੋਂ ਉਲਟ ਬਹੁਤ ਹੀ ਕਰੂਪ ਸ਼ਕਲ ਵਾਲਾ ਆਦਮੀ ਉਹ ਜਿਹੜਾ ਸੀਗਾ ਸਾਹਮਣੇ ਆ ਗਿਆ। ਜਦ ਕਰੂਪ ਸ਼ਕਲ ਵਾਲਾ ਆਦਮੀ ਸਾਹਮਣੇ ਆ ਗਿਆ ਅਤੇ ਉਹਦੇ ਜਿਹੜਾ ਸਰੀਰ ਸੀਗਾ ਜਿਹੜਾ ਦਿਖਾਈ ਦੇ ਰਿਹਾ ਸੀ, ਉਹਦੇ ਵਿੱਚੋਂ ਬੜੀ ਬਦਬੂ ਆ ਰਹੀ ਸੀ।
ਤੇ ਬੜੀ ਬਦਬੂ ਆ ਰਹੀ ਸੀ। ਤਾਂ ਉਹ ਜਿਹੜਾ ਪ੍ਰੇਤ ਸੀਗਾ ਚੀਕਾਂ ਮਾਰ ਲਿਆ ਪਿਆ, ਤੇ ਉਹ ਫਿਰ ਤਾਂਤਰਿਕ ਨੂੰ ਕਹਿਣ ਲੱਗਾ ਵੀ ਇਸ ਨੂੰ ਕਹੇ ਇਹ ਮੰਤਰ ਦਾ ਜਾਪ ਬੰਦ ਕਰ, ਮੇਰੇ ਅੰਦਰ ਅੱਗ ਲੱਗ ਗਈ ਆ। ਜਦ ਇੰਨੀ ਗੱਲ ਹੋਈ ਆ ਤੇ ਫਿਰ ਉਹ ਮਹਾਤਮਾ ਨੂੰ ਸਮਝ ਆ ਗਈ ਵੀ ਅਸਲ ਦੇ ਵਿੱਚ ਕ੍ਰਿਸ਼ਨ ਭਗਵਾਨ ਨਹੀਂ ਆ, ਇਹ ਤਾਂ ਇੱਕ ਨਾਟਕ ਚੇਟਕ ਆ, ਹੋਰ ਦੂਸਰੀ ਗੱਲ ਕੋਈ ਨਹੀਂ ਆ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਉਸ ਮਹਾਤਮਾ ਨੇ ਉਸ ਤਾਂਤਰਿਕ ਨੂੰ ਆਖਿਆ ਵੀ ਸੱਚ ਦੱਸ ਇਹ ਕੀ ਖੇਡ ਹੈ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਤਾਂਤਰਿਕ ਜਿਹੜਾ ਸੀ ਉਹ ਡਰ ਗਿਆ ਸੀਗਾ। ਫਿਰ ਉਹ ਤਾਂਤਰਿਕ ਨੂੰ ਉਸ ਨੂੰ ਦੱਸਿਆ ਸੀਗਾ ਮਹਾਂਪੁਰਖਾਂ ਨੂੰ। ਉਹ ਕਹਿਣ ਲੱਗਾ ਸੀਗਾ ਕਿ ਅਸਲ ਦੇ ਵਿੱਚ ਮੈਂ ਇੱਕ ਪ੍ਰੇਤ ਬਸ ਕੀਤਾ ਹੈਗਾ, ਅਤੇ ਇਹ ਪ੍ਰੇਤ ਤੋਂ ਮੈਂ ਕ੍ਰਿਸ਼ਨ ਭਗਵਾਨ ਦਾ ਰੂਪ ਜਾਂ ਢੋਂਗ ਬਣਾ ਕੇ ਲੋਕਾਂ ਨੂੰ ਦਰਸ਼ਨ ਕਰਵਾਉਂਦਾ ਅਤੇ ਉਹਨਾਂ ਤੋਂ ਬਹੁਤ ਸਾਰੀ ਮਾਇਆ ਇਕੱਠੀ ਕਰਦਾ ਹੈ। ਅਸਲ ਦੇ ਵਿੱਚ ਇਹ ਕ੍ਰਿਸ਼ਨ ਭਗਵਾਨ ਨਹੀਂ ਹੈਗੇ ਆ, ਇਹ ਤਾਂ ਕੇਵਲ ਇੱਕ ਨਾਟਕ ਚੇਟਕ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਮਹਾਂਪੁਰਖ ਨੂੰ ਆਖਣ ਲੱਗੇ, ਕਹਿੰਦੇ ਦੇਖ ਮੈਂ ਤੇਰਾ ਜਿਹੜਾ ਪ੍ਰੇਤ ਹੈਗਾ ਇਸ ਨੂੰ ਹੁਣੇ ਹੀ ਭਸਮ ਕਰ ਦੇਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਤਾਂਤਰਿਕ ਨੇ ਮਹਾਂਪੁਰਖ ਦੇ ਚਰਨ ਫੜ ਲਏ, ਕਹਿਣ ਲੱਗਾ ਕਿ ਮੇਰੇ ਬਹੁਤ ਸਾਲਾਂ ਦੀ ਮਿਹਨਤ ਦਾ ਸਦਕਾ ਇੱਕ ਪ੍ਰੇਤ ਮੈਂ ਜ਼ਿੰਦਗੀ 'ਚ ਬਸ ਕੀਤਾ ਹੈਗਾ, ਪਰ ਤੂੰ ਇਹ ਕੰਮ ਨਾ ਕਰੀ। ਜਦ ਇਹ ਗੱਲ ਹੋਈ ਸੀ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਚੱਲ ਠੀਕ ਆ, ਮੈਂ ਤੈਨੂੰ ਤਾਂ ਤੇਰੇ ਪ੍ਰੇਤ ਨੂੰ ਛੱਡ ਦਿੰਦਾ ਹੈਗਾ, ਪਰ ਇੱਕ ਗੱਲ ਸੁਣ ਲਾ, ਤੂੰ ਮੁੜ ਕੇ ਸੰਸਾਰ ਦੇ ਲੋਕਾਂ ਨੂੰ ਇਹੋ ਜਿਹੜਾ ਨਾਟਕ ਚੇਟਕ ਤੂੰ ਦਿਖਾਉਂਦਾ ਹੈਗਾ ਕਦੀ ਨਹੀਂ ਦਿਖਾਊਂਗਾ। ਅਗਰ ਤੂੰ ਦਿਖਾਇਆ ਤਾਂ ਉਸੇ ਟਾਈਮ ਤੇਰਾ ਪ੍ਰੇਤ ਦੇ ਵਿੱਚ ਹੀ ਤੂੰ ਦੋਨੇ ਭਸਮ ਹੋ ਜਾਓਗੇ। ਜਦ ਇੰਨੀ ਗੱਲ ਹੋਈ ਸੀ ਫਿਰ ਉਹ ਤਾਂਤਰ ਨੇ ਕਿਹਾ ਸੀਗਾ ਕਿ ਮੈਂ ਇਸ ਗੱਲ ਦਾ ਵਾਅਦਾ ਕਰਦਾ ਹੈਗਾ ਕਿ ਅੱਜ ਤੋਂ ਬਾਅਦ ਮੈਂ ਇੱਥੋਂ ਚਲਾ ਜਾਵਾਂਗਾ ਅਤੇ ਅੱਜ ਤੋਂ ਬਾਅਦ ਦੁਨੀਆ ਦੇ ਲੋਕਾਂ ਨੂੰ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਜੋ ਪ੍ਰੇਤ ਇਹ ਖੇਡ ਖੇਡਦਾ ਹੈਗਾ ਇਹ ਕਦੀ ਨਹੀਂ ਦਿਖਾਵਾਂਗਾ। ਉਸ ਤੋਂ ਬਾਅਦ ਦੱਸਦੇ ਜਾ ਕਿ ਉਹ ਜਿਹੜਾ ਤਾਂਤਰਿਕ ਸੀਗਾ ਉਹ ਸਦਾ ਵਾਸਤੇ ਉੱਥੋਂ ਚਲ ਗਿਆ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਸਤਿਗੁਰ ਜਾਗਤਾ ਹੈ ਦਿਓ, ਜਿੱਥੇ ਸਤਿਗੁਰ ਜਾਗਦਾ ਹੈ ਉੱਥੇ ਸਤਿਗੁਰ ਦੇ ਗੁਰਸਿੱਖ ਵੀ ਜਾਗਦੇ ਹੀ ਆ। ਉਹ ਸੰਸਾਰ ਦੇ ਵਿੱਚ ਸੁੱਤੇ ਨਹੀਂ ਆ, ਉਹ ਪੂਰੇ ਵਿਵੇਕ ਬੁੱਧ ਦੇ ਵਿੱਚ ਰਹਿੰਦੇ ਆ। ਉਹਨਾਂ ਨੂੰ ਪੂਰਾ ਪਤਾ ਹੁੰਦਾ ਕਿ ਕੌਣ ਆਦਮੀ ਕੀ ਸ਼ਰਾਰਤ ਕਰਦਾ ਹੈਗਾ, ਇਸ ਸ਼ਰਾਰਤ ਦੇ ਪਿੱਛੇ ਉਹਦੀ ਕੀ ਮਨਸ਼ਾ ਹੈਗੀ, ਕੀ ਇੱਛਾ ਹੋ ਸਕਦੀ ਹੈ। ਇਸੇ ਕਰਕੇ ਜਿਹੜੇ ਮਹਾਂਪੁਰਖ ਹੁੰਦੇ ਉਹ ਬੜੇ ਸੁਚੇਤ ਰਹਿੰਦੇ ਆ। ਉਹਨਾਂ ਨੂੰ ਕੇਵਲ ਅਤੇ ਕੇਵਲ ਆਪਣੇ ਗੁਰੂ 'ਤੇ ਭਰੋਸਾ ਹੁੰਦਾ ਹੈਗਾ, ਉਹ ਗੁਰੂ ਦੇ ਬਚਨਾਂ ਨੂੰ ਹੀ ਸੱਤ ਕਰਕੇ ਮੰਨਦੇ ਆ। ਅਤੇ ਇਹੋ ਜਿਹੇ ਮਹਾਂਪੁਰਖਾਂ ਮਹਾਤਮਾ ਨੂੰ ਕੋਈ ਵੀ ਆਦਮੀ ਮੂਰਖ ਨਹੀਂ ਬਣਾ ਸਕਦਾ। ਇਸੇ ਕਰਕੇ ਤਾਂ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਹੈ ਕਿ ਮੰਨੇ ਮੱਘ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ, ਕਿ ਉਹ ਕਿਸੇ ਦੇ ਪਿੱਛੇ ਨਹੀਂ ਚੱਲਦੇ, ਕਿਉਂਕਿ ਉਹਨਾਂ ਦਾ ਜਿਹੜਾ ਸੰਬੰਧ ਹੈਗਾ ਉਹ ਸੰਬੰਧ ਧਰਮ ਨਾਲ ਹੈ, ਸੱਚ ਦਾ ਨਾਂ ਹੈ। ਅਤੇ ਇਸੇ ਕਰਕੇ ਸਾਨੂੰ ਬਾਬੇ ਨਾਨਕ ਨੇ ਆਖਿਆ ਹੈ ਕਿ ਮੰਨੇ ਮਾਰਗ ਠਾਗ ਨਾ ਪਾਏ। ਉਹ ਜਦ ਸੱਚ ਦੇ ਰਸਤੇ ਤੁਰਦੇ ਉਹਨਾਂ ਨੂੰ ਕੋਈ ਵੀ ਆਦਮੀ ਠੱਗ ਨਹੀਂ ਸਕਦਾ, ਚਾਹੇ ਉਹ ਬਹੁਤ ਹੀ ਵੱਡਾ ਬਹਿਰੂਪੀਆ ਹੋਵੇ, ਕਿਸੇ ਵੀ ਭੇਸ ਦੇ ਵਿੱਚ ਹੋਵੇ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।